ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਅਕਾਲ ਪੁਰਖ ਜਿਹੜੇ ਆ ਜੁਗਾਂ ਜੁਗੰਤਰਾਂ ਦੇ ਵਿੱਚ ਜੇਕਰ ਕਿਸੇ ਦੀ ਸਹਾਇਤਾ ਤੇ ਆਏ ਆ, ਨਿਰੰਕਾਰ ਵੈਸੇ ਤਾਂ ਪ੍ਰਕਾਸ਼ ਰੂਪ ਨੇ, ਪਰ ਜਦੋਂ ਉਹ ਸਹਾਇਤਾ ਤੇ ਆਉਂਦੇ ਨੇ ਤਾਂ ਸੂਖਮ ਆਕਾਰ ਲੈ ਕੇ ਆਉਂਦੇ ਨੇ। ਕਿਉਂਕਿ ਇਹਦੇ ਵਿੱਚ ਦੋ ਪੁਆਇੰਟ ਨੇ, ਭਗਤ ਜਨਾ ਕੀ ਹਰ ਜੀਓ। ਹਰ ਜੀਓ ਕੌਣ ਹੋ ਗਿਆ? ਨਿਰੰਕਾਰ। ਭਗਤ ਜਨਾ ਕੀ ਹਰ ਜੀਓ ਰੱਖੈ। ਹਰ ਜੀਓ ਕਹਿੰਦੇ ਨਿਰੰਕਾਰ, ਕਹਿੰਦੇ ਜੁਗ ਜੁਗ ਅਖਦਾ ਰਾਇਆ ਰਾਮ। ਰਾਮ ਹੋ ਗਿਆ ਜਿਹੜਾ ਸੂਖਮ ਆਕਾਰ ਦੇ ਵਿੱਚ ਆਉਂਦੇ। ਜਦੋਂ ਕਿਸੇ ਵੀ ਭਗਤ ਦੀ ਰਾਖੀ ਤੇ ਆਏ, ਉਹਨਾਂ ਦਾ ਆਪ ਦਾ ਵਿਚਾਰ ਹੋਇਆ, ਚਾਹੇ ਪ੍ਰਹਲਾਦ ਜੀ ਨੇ, ਚਾਹੇ ਨਾਮਦੇਵ ਜੀ ਨੇ, ਹੋਰ ਵੀ ਅਨੇਕਾਂ ਭਗਤਾਂ ਦੀ ਰਾਖੀ ਤੇ ਉਹ ਸੂਖਮ ਰੂਪ ਦੇ ਵਿੱਚ ਆਏ, ਸੂਖਮ ਕਿਰਪਾ ਕੀਤੀ ਉਹਨਾਂ ਨੇ। ਤੇ ਕਹਿੰਦੇ ਰੱਖਦਾ ਭਗਤਾਂ ਦੀ ਏ ਵੀ ਕਦੇ ਭੀੜ ਬਣ ਜਾਵੇ। ਪਰ ਅੱਜ ਆਮ ਤੌਰ ਤੇ ਕਾਫੀ ਅਗਿਆਨਤਾ ਵਸ ਜੀਵ ਇਹ ਕਹਿ ਦਿੰਦੇ ਆ ਵੀ ਪੰਜਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ, ਨੌਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ, ਜਾਂ ਸਾਹਿਬਜ਼ਾਦਿਆਂ ਦੀਆਂ ਤੇ ਅਨੇਕਾਂ ਗੁਰਮੁਖਾਂ ਦੀਆਂ ਸ਼ਹੀਦੀਆਂ ਹੋਈਆਂ, ਪਰ ਉਦੋਂ ਕਿਉਂ ਨਹੀਂ ਆਏ? ਹੁਣ ਮਹਾਰਾਜ ਸੱਚੇ ਪਾਤਸ਼ਾਹ ਇਸ ਸੰਸਾਰ ਦੇ ਵਿੱਚ ਖੇਲ ਕਰਤਵ ਕਰਦੇ ਨੇ, ਇਹ ਉਹਨਾਂ ਦੀ ਆਪ ਦੀ ਖੇਲ ਆ। ਇਹ ਸ਼ਹੀਦੀਆਂ ਪੰਜਵੇਂ ਪਾਤਸ਼ਾਹ ਦੀ ਜਿਹੜੀ ਸ਼ਹੀਦੀ ਸੀ, ਉਹ ਆਪ ਦੀ ਸ਼ਹੀਦੀ ਦਾ ਬਿਉਰਾ ਆਪ ਦਿੰਦੇ। ਕਹਿੰਦੇ ਗੁਰਬਾਣੀ ਵਿੱਚ ਦੱਸਦੇ ਆ, ਕਹਿੰਦੇ ਜਦੋਂ ਜਹਾਂਗੀਰ ਦਾ ਫਰਮਾਨ ਹੋਇਆ ਬਈ ਜਾਂ ਇਸਲਾਮ ਕਬੂਲ ਕਰੋ, ਜਾਂ ਇਹ ਸਾਰਾ ਪ੍ਰਚਾਰ ਛੱਡੋ, ਸਾਡੇ ਵਿੱਚ ਆ ਕੇ ਮਿਲ ਜਾਓ, ਜਾਂ ਫਿਰ ਸ਼ਹੀਦੀ ਦਿਓ। ਤੇ ਕਹਿੰਦੇ ਵੀ ਆਸੇ ਪਾਸੇ ਪਹਿਲਾਂ ਹੀ ਪਤਾ ਲੱਗ ਗਿਆ ਵੀ ਉਹਨੇ ਵੀ ਇਸ ਸਰੀਰ ਨੂੰ ਉਹ ਖਤਮ ਕਰਨਾ ਚਾਹੁੰਦਾ ਜੋ ਪੰਜ ਭੌਤਿਕ ਸਰੀਰ ਹੈ। ਤੇ ਮਹਾਰਾਜ ਫਿਰ ਦੱਸਦੇ ਆ, ਕਹਿੰਦੇ ਪ੍ਰਥਮੇ ਮਤਾ ਜੈ ਪੱਤਰੀ ਚਲਾਵੋ। ਪਹਿਲੋਂ ਕਹਿੰਦੇ ਅਸੀਂ ਸਲਾਹ ਕੀਤੀ ਵੀ ਕੋਈ ਉਹਨਾਂ ਨੂੰ ਚਿੱਠੀ ਪਾਈਏ, ਲਿਖ ਕੇ ਕੋਈ ਇੱਥੋਂ ਸੰਗਤ ਦੇ ਜਿਹੜਾ ਸਾਰੇ ਇਕੱਠ ਦੇ ਵਿੱਚ ਸਲਾਹ ਕਰਕੇ ਵੀ ਚਿੱਠੀ ਉਹਨਾਂ ਨੂੰ ਕੋਈ ਪਾਈਏ, ਜਾਂ ਕੋਈ ਮਤਾ ਇੱਥੋਂ ਪਾਸ ਆਪਾਂ ਕਰਕੇ ਉਹਨਾਂ ਨੂੰ ਭੇਜੀਏ, ਵੀ ਤਾਂ ਕਿ ਉਹਨਾਂ ਨੂੰ ਆਪਾਂ ਜਿਹੜਾ ਵੀ ਉਹਨਾਂ ਦੇ ਨਾਲ ਗੱਲਬਾਤ ਕਰ ਸਕੀਏ ਬਈ ਅਸੀਂ ਤਾਂ ਇੱਕ ਅਕਾਲ ਦਾ ਪ੍ਰਚਾਰ ਕਰਨੇ ਆ, ਅਸੀਂ ਕੋਈ ਨਵਾਂ ਵੱਖਰਾ ਧਰਮ ਨਹੀਂ ਬਣਾਉਂਦੇ ਪਏ, ਅਸੀਂ ਤਾਂ ਚਾਰੇ ਵਰਨਾਂ ਦਾ ਸਾਂਝਾ ਇੱਕ ਜੋ ਪ੍ਰਚਾਰ ਕਰਦੇ ਪਏ ਆ ਵੀ ਇਹਦੇ ਚ। ਕਿਉਂਕਿ ਉਹਨਾਂ ਨੂੰ ਇਹ ਹੋ ਗਿਆ ਸੀ ਵੀ ਸ਼ਾਇਦ ਇਹ ਨਵਾਂ ਕੋਈ ਗੁੱਟ ਜੋੜਦੇ ਪਏ ਨੇ। ਜਹਾਂਗੀਰ ਤੱਕ ਇਹ ਗੱਲਾਂ ਪਹੁੰਚਾਈਆਂ ਜਾਂਦੀਆਂ ਸੀ ਜੋ ਪੰਜਵੇਂ ਪਾਤਸ਼ਾਹ ਦੇ ਦੋਖੀ ਸੀ, ਚਾਹੇ ਉਹਨਾਂ ਦੇ ਘਰ 'ਚ ਸੀ, ਚਾਹੇ ਉਹਨਾਂ ਦੇ ਨਗਰ ਵਿੱਚ ਸੀ, ਵੀ ਇਹ ਜਿਹੜਾ ਹੈ ਵੀ ਪ੍ਰਚਾਰ ਕਰਕੇ, ਕਿਉਂਕਿ ਸੰਗਤ ਬਹੁਤ ਜ਼ਿਆਦਾ ਹੋ ਗਈ ਸੀ ਨਾਨਕ ਨਾਮ ਲੇਵਾ, ਵੀ ਇਹ ਇਸਲਾਮ ਨੂੰ ਨੁਕਸਾਨ ਪਹੁੰਚਾਉਣਗੇ, ਇਹ ਆਪ ਦੀ ਸਲਤਨਤ ਬਣਾਉਣੀ ਚਾਹੁੰਦੇ ਨੇ। ਉਹਦੇ ਮਨ 'ਚ ਕਾਫੀ ਗੱਲਾਂ ਭਰ ਦਿੱਤੀਆਂ ਸੀ। ਹੋਰ ਵੀ ਕਾਫੀ ਜਿਹੜੇ ਦੋਖੀ ਸੀ ਉਹਨਾਂ ਨੇ ਅਲੱਗ-ਅਲੱਗ ਤਰੀਕਿਆਂ ਨਾਲ ਕੂੜ ਪ੍ਰਚਾਰ ਕਰ ਦਿੱਤਾ ਸੀ। ਤੇ ਫਿਰ ਕਹਿੰਦੇ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਥਾ, ਫਿਰ ਦੂਜਾ ਮਤਾ ਫਿਰ ਇਹ ਸਲਾਹ ਬਣੀ ਦੋਏ ਮਾਨਕ ਪਹੁੰਚਾਵੋ, ਕਿ ਦੋ ਬੰਦੇ ਵੀ ਜਹਾਂਗੀਰ ਨਾਲ ਜਾ ਕੇ ਵਿਚਾਰ ਕਰ ਲੈਣ ਵੀ ਸਾਡਾ ਕੋਈ ਮਨੋਰਥ ਰਾਜ ਲੈਣਾ ਨਹੀਂ, ਅਸੀਂ ਤਾਂ ਅਕਾਲ ਦਾ ਰਾਜ, ਮਨਾਂ ਦਾ ਰਾਜ ਜਿਹੜਾ ਹੈ ਬੰਦੀ ਦੇ ਵਿੱਚੋਂ ਮੁਕਤ ਕਰਵਾ ਕੇ ਉਹ ਦਿਵਾਉਣਾ ਚਾਹੁੰਦੇ ਹਾਂ, ਅਸੀਂ ਤੁਹਾਡੇ ਕੋਈ ਦੁਖੀ ਨਹੀਂ ਹੈਗੇ। ਫਿਰ ਕਹਿੰਦੇ ਤ੍ਰਿਤੀਆ ਮਥਾ ਕਿਛ ਕਰੋ ਉਪਾਇਆ। ਫਿਰ ਕਹਿੰਦੇ ਐਸੀ ਵੀ ਵਿਚਾਰ ਦਿੱਤੀ ਗੁਰਮੁਖਾਂ ਨੇ ਵੀ ਸੱਚੇ ਪਾਤਸ਼ਾਹ ਆਪ ਸੰਪੂਰਨ ਕਲਾ ਦੇ ਧਾਰਨੀ ਹੋ, ਚੌਂ ਤਖਤਾਂ ਤੇ ਆਪ ਜੀ ਦਾ ਰਾਜ ਹੈ, ਤੇ ਕੋਈ ਆਪ ਹੀ ਕਲਾ ਹੀ ਵਰਤਾ ਦਿਓ, ਕੋਈ ਰਿੱਧ ਸਿੱਧੀ ਵਰਤ ਦਿਓ, ਜਾਂ ਕੋਈ ਸ਼ਕਤੀ ਜਾਂ ਕੋਈ ਉਹਦਾ ਐਸਾ ਬੰਧਨ ਕਰ ਦਿਓ। ਤ੍ਰਿਤੀਆ ਮਤਾ ਕਿਛ ਕਰੋ ਉਪਾਇਆ, ਕੋਈ ਉਪਾਅ ਕਰ ਦਿਓ। ਤੇ ਮਹਾਰਾਜ ਕਹਿੰਦੇ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ, ਮਹਾ ਆਨੰਦ ਅਚਿੰਤ ਸਹਿਜਾਇਆ, ਦੁਸ਼ਮਨ ਦੂਤ ਮੂਏ ਸੁਖ ਪਾਇਆ। ਤੇ ਫਿਰ ਉਸ ਤੋਂ ਬਾਅਦ ਕਹਿੰਦੇ ਵੀ ਅਸੀਂ ਇਹ ਤਿੰਨੇ ਨਹੀਂ ਮੰਨੇ। ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਕਿਉਂਕਿ ਪਤਾ ਸੀ ਵੀ ਇਹ ਗੱਲ ਉੱਠਣੀ। ਕਹਿੰਦੇ ਤਿੰਨੇ ਮੱਤੇ ਹੀ ਨਹੀਂ ਮੰਨੇ, ਕਿਉਂਕਿ ਕਹਿੰਦੇ ਅਸੀਂ ਉਹਨਾਂ ਦੇ ਹੁਕਮ ਦੇ ਵਿੱਚ ਹੋ ਗਏ। ਤੇ ਫਿਰ ਅਗਾਂਹ ਗੱਲ ਦੱਸਦੇ ਆ, ਕਿਉਂਕਿ ਮਹਾਰਾਜ ਨੇ ਆਪਾਂ ਨੂੰ ਦੱਸਿਆ ਹੋਇਆ ਵੀ ਜਿਹੜਾ ਭਗਤਾਂ ਦਾ ਮਨ ਹੁੰਦਾ ਹੈ ਉਹ ਇਸ ਤਰੀਕੇ ਸਹਿਜ ਦੇ ਵਿੱਚ ਸਮਾਇਆ ਹੁੰਦਾ ਹੈ, ਅਕਾਲ ਪੁਰਖ ਨਾਲ ਭੇਦ ਹੁੰਦਾ ਹੈ, ਤੇ ਅਕਾਲ ਪੁਰਖ ਦੇ ਨਾਲ ਉਹ ਗੱਲਾਂ ਬਾਤਾਂ ਵੀ ਕਰਦੇ ਨੇ, ਜਿਹਨੂੰ ਫਿਰ ਉਹ ਮਹਾਰਾਜ ਕਹਿੰਦੇ ਨਾ ਭਗਤ ਸੰਗ ਪ੍ਰਭ ਗੋਸ਼ਟ ਕਰਦਾ ਭਗਤਾਂ ਦੇ ਨਾਲ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਅਸੀਂ ਸਹਿਜ ਦੇ ਵਿੱਚ ਜਾ ਕੇ ਜਦੋਂ ਇੱਧਰ ਇਹ ਮਤੇ ਹੋਏ ਪਾਸ, ਪੰਜਵੇਂ ਪਾਤਸ਼ਾਹ ਕਹਿੰਦੇ ਅਸੀਂ ਅਕਾਲ ਪੁਰਖ ਦੇ ਨਾਲ ਸੂਖਮ ਰੂਪ ਦੇ ਵਿੱਚ ਆਪ ਗੱਲ ਕੀਤੀ, ਵਿਚਾਰ ਕੀਤੀ ਵੀ ਸੱਚੇ ਪਾਤਸ਼ਾਹ ਉਧਰ ਕਾਲ ਦੇ ਦੇਸ਼ ਦੇ ਵਿੱਚ, ਮਾਇਆ ਦੇ ਦੇਸ਼ ਦੇ ਵਿੱਚ
ਮਨ ਅਕਾਲ ਪੁਰਖ ਦੇ ਸਨਮੁਖ ਹੁੰਦਾ ਹੈ। ਉਧਰੋਂ ਉਹ ਆਪਣੇ ਸਰੀਰ ਨੂੰ ਜਿਹੜਾ ਹੈ ਨੁਕਸਾਨ ਕਰਨਾ ਚਾਹੁੰਦੇ ਨੇ, ਉਹ ਸਰੀਰ ਨੂੰ ਉਧਰ ਸ਼ਹੀਦੀ ਦੇਣਾ ਚਾਹੁੰਦੇ ਨੇ। ਤੇ ਸਾਰਾ ਜਨਮ ਮਰਨ ਤਾਂ ਆਪ ਜੀ ਦੇ ਹੱਥ ਹੈ, ਆਪ ਜੀ ਦੇ ਹੁਕਮ ਤੋਂ ਬਿਨਾਂ ਇਹ ਹੋ ਨਹੀਂ ਸਕਦਾ। ਤੇ ਆਪ ਦੱਸੋ ਵੀ ਕੀ ਕੀਤਾ ਜਾਏ। ਤੇ ਫਿਰ ਅਕਾਲ ਪੁਰਖ ਕਹਿੰਦੇ, ਉਹਨਾਂ ਜਿਹੜਾ ਉਪਦੇਸ਼ ਦਿੱਤਾ, ਉਹਨਾਂ ਦੀ ਸੂਖਮ ਰੂਪ ਦੇ ਵਿੱਚ ਜਿਹੜੀ ਗੱਲ ਹੋਈ, ਕਹਿੰਦੇ ਸਤਿਗੁਰ ਮੋਹ ਕੋ ਦੀਆ ਉਪਦੇਸ਼, ਇਸੇ ਸ਼ਬਦ ਚ ਜਿਉ ਪਿੰਡ ਸਭ ਹਰ ਕਾ ਦੇਸ਼, ਜੋ ਕਿਛ ਕਰੀ ਸੋ ਤੇਰਾ ਤਾਣ, ਤੂੰ ਮੇਰੀ ਓਟ ਤੂੰ ਹੈ ਦੀਵਾਨ। ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ, ਆਨ ਨਾ ਬਿਆ ਤੇਰੀ ਸਮਸਰ, ਤੇਰੇ ਸੇਵਕ ਕੋ ਕਿਸ ਕੀ ਕਾਣ, ਸਾਕਤ ਭੂਲਾ ਫਿਰੇ ਬੇਬਾਨ। ਤੇਰੀ ਵਡਿਆਈ ਕਹੀਂ ਨਾ ਜਾਏ, ਜਹ ਜਹ ਰਾਖ ਲੈ ਗਲ ਲਾਏ, ਨਾਨਕ ਦਾਸ ਤੇਰੀ ਸਰਣਾਈ, ਪ੍ਰਭ ਰੱਖੀ ਪੈਜ ਵੱਜੀ ਵਧਾਈ। ਕਹਿੰਦੇ ਸਤਿਗੁਰ ਨੇ ਸਾਨੂੰ ਉਪਦੇਸ਼ ਦਿੱਤਾ ਵੀ ਜੋ ਵੀ ਹੈ, ਜਿੰਨਾ ਵੀ ਹੈ, ਸਾਰਾ ਆਪਣੇ ਹੁਕਮ ਦੇ ਵਿੱਚ ਚੱਲਦਾ ਪਿਆ। ਤੇ ਜੇ ਆਪ ਜੀ ਨੂੰ ਇਹ ਸ਼ਹੀਦੀ ਦੇਣੀ ਪੈਂਦੀ ਹੈ ਤੇ ਤੁਸੀਂ ਦੇ ਦਿਓ, ਇਹਦੇ ਵਿੱਚ ਤੁਹਾਡਾ ਤਾਣ ਹੈ। ਕਿਉਂਕਿ ਕੋਈ ਵੀ ਸੰਸਾਰ ਦੇ ਵਿੱਚ ਲਹਿਰ ਪੈਦਾ ਕਰਨੀ ਹੈ, ਕੋਈ ਵੀ ਸੰਸਾਰ ਦੇ ਵਿੱਚ ਰਾਜ ਪੈਦਾ ਕਰਨਾ ਹੈ, ਵਪਾਰ ਪੈਦਾ ਕਰਨਾ ਹੈ, ਤੇ ਉਹਦੇ ਵੰਡੇ ਕੋਈ ਨਾ ਕੋਈ ਫਿਰ ਜਿਹੜਾ ਹੈ ਉਹ ਦੌਲਤ ਦੇਣੀ ਪੈਂਦੀ ਹੈ। ਜਦੋਂ ਅਸੀਂ ਕੋਈ ਆਪਦੀ ਕੋਈ ਨਾ ਕੋਈ ਇੱਥੇ ਸਲਤਨਤ ਪੈਦਾ ਕਰਨੀ ਹੈ, ਕੋਈ ਲਹਿਰ ਪੈਦਾ ਕਰਨੀ, ਉਹਦੇ ਵੰਡੇ ਕੋਈ ਕੁਰਬਾਨੀ ਪੈਦਾ ਦੇਣੀ ਪੈਂਦੀ ਉਹਦੇ ਪਿੱਛੇ। ਜਿਵੇਂ ਜੇਕਰ ਆਪਾਂ ਪੈਸਾ ਕਮਾਉਣਾ ਚਾਹੁੰਦੇ ਹਾਂ ਤੇ ਦਿਨ ਰਾਤ ਹੱਡ ਤੋੜ ਮਿਹਨਤ ਕਰਨੀ ਪੈਂਦੀ। ਪਰਿਵਾਰ ਪਾਲਣਾ ਚਾਹੁੰਦੇ ਆ, ਉਹਨਾਂ ਦੇ ਲਈ ਸੁੱਖ ਸਹੂਲਤਾਂ ਦੇ ਲਈ ਕਿੰਨੀ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਹੈ, ਫਿਰ ਜਾ ਕੇ ਕਿਤੇ ਪਰਿਵਾਰ ਖੜਾ ਹੁੰਦਾ ਹੈ। ਜਵਾਕ ਹੋ ਜਾਣ ਤੇ ਪਾਪਾ ਪਾਪਾ ਕਹਿਣ ਲੱਗ ਜਾਣ, ਮੰਮੀ ਮੰਮੀ ਕਹਿਣ ਲੱਗ ਜਾਣ, ਇਸ ਤਰ੍ਹਾਂ ਤਾਂ ਨਹੀਂ ਨਾ ਪਾਪਾ ਮੰਮੀ ਬਣਿਆ ਜਾਂਦਾ। ਜਵਾਕਾਂ ਨੂੰ ਸਾਂਭ ਕੇ, ਪਾਲ ਕੇ, ਅੱਛੇ ਸੰਸਕਾਰ ਦੇ ਕੇ, ਪੜ੍ਹਾ ਕੇ, ਲਿਖਾ ਕੇ, ਉਹਨਾਂ ਦੀ ਵਿਆਹ ਸ਼ਾਦੀਆਂ ਕਰਕੇ, ਉਹਨਾਂ ਨੂੰ ਸੈੱਟ ਕਰਕੇ ਫਿਰ ਪਾਪਾ ਮੰਮੀ ਹੈ। ਇਸ ਤਰੀਕੇ ਵੀ ਕੱਲਾ ਉਪਦੇਸ਼ ਕਰ ਦੇਣਾ ਵੀ ਇਸ ਤਰ੍ਹਾਂ ਰੱਬ ਹੁੰਦਾ ਹੈ ਜੀ, ਇਸ ਤਰ੍ਹਾਂ ਰੱਬ ਹੁੰਦਾ ਹੈ ਜੀ, ਜਾਂ ਕੱਲਾ ਵਾਹਿਗੁਰੂ ਵਾਹਿਗੁਰੂ ਜਪਾਣ ਦੇ ਨਾਲ, ਜਾਂ ਕੱਲਾ ਕੋਈ ਦਾਨ ਪੁੰਨ ਕਰਨ ਦੇ ਨਾਲ ਤਾਂ ਨਹੀਂ ਨਾ ਪੰਥ ਖੜਾ ਹੁੰਦਾ, ਇੱਕ ਲਹਿਰ ਖੜੀ ਹੁੰਦੀ। ਉਹਦੇ ਪਿੱਛੇ ਕੁਰਬਾਨੀ ਦੇਣੀ ਪੈਂਦੀ, ਕਾਲ ਦੇ ਦੇਸ਼ ਦੇ ਵਿੱਚ ਮੁੱਲ ਦੇਣਾ ਪੈਂਦਾ ਹੈ। ਤੇ ਫਿਰ ਜਦੋਂ ਕਹਿੰਦੇ ਅਸੀਂ ਸਤਿਗੁਰ ਨਾਲ ਵਿਚਾਰ ਕਰ ਲਈ ਨਾ, ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਆਪਣਾ ਹੀ ਖੇਲ ਹੈ। ਤੇ ਉਹ ਪੰਜ ਭੌਤਿਕ ਸਰੀਰ ਨੂੰ ਤਾਂ ਨਾਸ ਕਰ ਸਕਦੇ ਨੇ, ਤੇ ਮਨ ਜਿਹੜਾ ਉਹਦੇ ਉੱਤੇ ਨਾ ਅੱਗ ਵਾਰ ਕਰੇ, ਨਾ ਕਿਰਪਾਨ ਵਾਰ ਕਰੇ, ਕਿਉਂਕਿ ਮਨ ਤਾਂ ਜੋਤ ਸਰੂਪ ਹੈ। ਤੇ ਜਦੋਂ ਇੱਕ ਪੂਰਨ ਸਤਿਗੁਰ ਬ੍ਰਹਮ ਦੇ ਪ੍ਰਚਾਰ ਦੇ ਲਈ ਆਪ ਸਰੀਰ ਤਿਆਗ ਕੇ, ਆਪ ਸਰੀਰ ਨੂੰ ਸ਼ਹੀਦ ਕਰਵਾ ਕੇ ਸੱਚ ਦੇ ਵਿੱਚ ਵਾਪਸ ਆਏਗਾ, ਤੇ ਫਿਰ ਇਸ ਲਹਿਰ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਧਰਤੀ ਤੋਂ ਕੋਈ ਨਹੀਂ ਪੱਟ ਸਕਦਾ। ਇੰਨੇ ਵੱਡੇ ਫਕਰ, ਇੰਨੇ ਵੱਡੇ 4 ਯੁਗਾਂ ਦੇ 4 ਤਖਤਾਂ ਦੇ ਮਾਲਕ ਸ਼ਹੀਦੀ ਦੇ ਦੇਣ, ਕਿਹਦੇ ਪਿੱਛੇ? ਬ੍ਰਹਮ ਦੀ ਸੇਵਾ ਪਿੱਛੇ, ਮਾਲਕ ਦੇ ਨਿਰੰਕਾਰ ਦੇ ਨਾਮ ਪਿੱਛੇ। ਫਿਰ ਕਾਲ ਜੜਾ ਨਹੀਂ ਪੱਟ ਸਕੇਗਾ। ਉਹ ਸ਼ਹੀਦੀ ਨਹੀਂ, ਇਸ ਯੁੱਗ ਦੇ ਵਿੱਚ ਨਾਮ ਦੀ ਬਰਕਤ ਪੈਦਾ ਕਰਨੀ ਹੈ। ਇਹ ਨਹੀਂ ਵੀ ਉਹ ਸ਼ਹੀਦੀਆਂ ਦੇ ਕੇ ਚਲੇ ਗਏ ਤੇ ਵੀ ਬਸ ਜੀ ਇੰਨੇ 'ਚ ਹੀ ਗੱਲ ਖਤਮ ਹੋ ਗਈ। ਉਹ ਜਿਹੜੀਆਂ ਸ਼ਹੀਦੀਆਂ ਹੋਈਆਂ ਨੇ, ਹੁਣ ਆਪਾਂ ਫਲ ਉਹਨਾਂ ਦਾ ਖਾਣੇ ਪਿਆ ਤੇ ਖਾਣਾ ਹੈ। ਉਹ ਸ਼ਹੀਦੀਆਂ ਦਾ ਮੁੱਲ ਤਾਂ ਅਜੇ ਪੈਣਾ ਹੈ। ਇਹ ਥੋੜੀ ਨਾ ਵੀ ਉਹਨੇ ਸ਼ਹੀਦ ਕਰਤੇ ਤੇ ਖੇਲ ਖਤਮ ਹੋ ਗਿਆ, ਨਹੀਂ ਨਹੀਂ। ਇਹ ਫਿਰ ਯੁੱਗ ਦੀ ਵਿੱਚ ਕਮਾਈ ਪ੍ਰਗਟ ਕਰਨ ਲਈ ਇਹ ਦੇਖਦੇ ਚਲੋ, ਜਿਵੇਂ ਹੁਣੇ ਲਹਿਰਾਂ ਚੱਲ ਪਈਆਂ ਨਾ ਦੁਬਾਰਾ ਨਾਮ ਦੀਆਂ, ਸੱਚ ਦੀਆਂ, ਇਹ ਉਹਨਾਂ ਸ਼ਹੀਦੀਆਂ ਦਾ ਮੁੱਲ ਪੈਣਾ ਤੇ ਉਹਨਾਂ ਸ਼ਹੀਦੀਆਂ ਦੀ ਬਰਕਤ ਪਤਾ ਨਹੀਂ ਕਿੱਥੋਂ ਤੱਕ ਜਾਣੀ ਹੈ। ਜੇ ਉਹ ਸ਼ਹੀਦੀਆਂ ਨਾ ਦਿੰਦੇ, ਉਹਨੇ ਦੱਸਿਆ ਵੀ ਅਸੀਂ 5ਵੇਂ ਪਾਤਸ਼ਾਹ ਦਾ, ਇਸੇ ਤਰੀਕੇ 9ਵੇਂ 10ਵੇਂ ਪਾਤਸ਼ਾਹ ਅਨੇਕਾਂ ਗੁਰਮੁਖਾਂ ਨੇ ਸ਼ਹੀਦੀਆਂ ਦਿੱਤੀਆਂ, ਕਿਉਂਕਿ ਕਾਲ ਇੱਕ ਵਾਰ ਆਪ ਦੀ ਲਹਿਰ ਚਲਾ ਕੇ, ਇਸ ਪੁਆਇੰਟ ਨੂੰ ਸਮਝਣਾ ਹੈ, ਕਾਲ ਇੱਕ ਵਾਰ ਆਪ ਦੇ ਮਨਮੁਖਾਂ ਦੇ ਹੱਥ, ਅਗਿਆਨੀਆਂ ਦੇ ਹੱਥ ਪਾਵਰਾਂ ਦੇ ਕੇ ਸਰੀਰ ਨੂੰ ਖਤਮ ਕਰ ਦਿੰਦਾ। ਇਹ 5 ਤੱਤਾਂ ਦਾ ਸਰੀਰ ਉਡਾ ਦਿੰਦਾ, ਪਰ ਮਨ ਜਿਹੜਾ ਉਹ ਅਮਰ ਹੋ ਚੁੱਕਿਆ ਨਾਮ ਵਿੱਚ ਸਮਾ ਕੇ, ਉਹਨੂੰ ਨਾਸ ਨਹੀਂ ਕੀਤਾ ਜਾ ਸਕਦਾ। ਤੇ ਉਹ ਜਿਹੜਾ ਹੈ ਸੱਚ ਦੇ ਵਿੱਚ ਚਲਾ ਗਿਆ ਕਿ ਉਹਨੂੰ ਕਿਸੇ ਵੀ ਵਕਤ ਦੁਬਾਰਾ ਅਕਾਲ ਪੁਰਖ ਸਰੀਰ ਦੇ ਕੇ, ਕਿਸੇ ਵੀ ਵਕਤ ਦੁਬਾਰਾ ਜਿਹੜਾ ਹੈ ਉਹਨਾਂ ਨੂੰ ਇਹ ਖੇਲ ਸਮਝਾ ਕੇ ਇੱਧਰ ਫਿਰ ਪ੍ਰਚਾਰ ਦੇ ਲਈ ਭੇਜ ਦਿੰਦੇ ਨੇ। ਤੇ ਅਨੇਕਾਂ ਹੀ ਜਿਹੜੇ ਗੁਰਮੁਖ, ਅਨੇਕਾਂ ਹੀ ਜਿਹੜੇ ਸਿੱਖ ਸ਼ਹੀਦ ਹੋਏ। ਜਿਵੇਂ ਫਿਰ ਵਕਤ ਹੁੰਦਾ ਹੈ ਕਾਲ ਦੇ ਦੇਸ਼ ਦੇ ਵਿੱਚ ਪ੍ਰਚਾਰ ਕਰਨ ਦਾ, ਉਹਨਾਂ ਦੇ ਮਨ ਨੂੰ ਦੁਬਾਰਾ ਫਿਰ 5 ਭੌਤਿਕ ਸਰੀਰ ਦੇ ਕੇ ਤੇ ਭੇਜ ਦਿੱਤਾ ਜਾਂਦਾ, ਕਿਉਂਕਿ ਇੱਕ ਸ਼ਹੀਦੀ ਹੁੰਦੀ ਹੈ
ਵਿਚਾਰਾਂ ਵਿੱਚ ਦੇ ਦੇਣੀ, ਹਉਮੈ ਵਿੱਚ ਸ਼ਹੀਦੀ ਦੇ ਦੇਣੀ। ਉਹ ਤਾਂ ਜਦੋਂ ਇਧਰੋਂ ਕੋਈ ਗੋਲੀ ਲੱਗੀ, ਤੀਰ ਲੱਗਿਆ, ਜਾਂ ਉਹਨੂੰ ਸਾੜ ਦਿੱਤਾ ਗਿਆ, ਜਾਂ ਉਹਨੂੰ ਡੋਬ ਦਿੱਤਾ ਗਿਆ, ਉਹ ਤਾਂ ਮਨ ਨੂੰ ਨਾਮ ਤੇ ਸੱਚ ਦਾ ਭੇਤ ਹੀ ਨਹੀਂ। ਜਦੋਂ ਇਧਰੋਂ ਖਤਮ ਕੀਤਾ, ਉਹ ਤਾਂ ਮਨ ਗਾਂਜੂਨਾਂ 'ਚ ਚਲਾ ਗਿਆ। ਠੀਕ ਹੈ ਨਾ ਜੀ। ਪਰ ਜਿਹੜੀਆਂ ਗੁਰੂ ਘਰ ਦੇ ਵਿੱਚ ਗੁਰਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ ਨੇ, ਸਤਿਗੁਰਾਂ ਨੇ ਸ਼ਹੀਦੀਆਂ ਦਿੱਤੀਆਂ ਨੇ, ਉਹਨਾਂ ਦਾ ਧਿਆਨ ਤਾਂ ਸੱਚ ਤੇ ਨਾਮ ਵਿੱਚ ਸੀ। ਉਹ ਸਰੀਰ ਛੱਡਣ ਤੋਂ ਬਾਅਦ ਜਿਹੜੇ ਆ, ਉਹ ਜੂਨਾਂ ਵਿੱਚ ਨਹੀਂ, ਉਹ ਸਿੱਧੇ ਸੰਪੂਰਨ ਸੱਚਖੰਡ ਦੇ ਵਿੱਚ ਪ੍ਰਵਾਨ ਹੋ ਕੇ ਉਸ ਮਾਲਕ ਦੇ ਦੇਸ਼ ਦੇ ਵਿੱਚ ਚਲੇ ਗਏ, ਜਿਨ੍ਹਾਂ ਨੂੰ ਕਿਸੇ ਵੀ ਵਕਤ ਜਦੋਂ ਵੀ ਅਕਾਲ ਪੁਰਖ ਨੂੰ ਇਧਰ ਲੋੜ ਹੁੰਦੀ ਹੈ ਧਰਮ ਦਾ ਵਿਸਥਾਰ ਕਰਨ ਦੇ ਲਈ, ਉਹ ਜਿਹੜੇ ਸ਼ਹੀਦ ਹੁੰਦੇ ਆ, ਉਹਨਾਂ ਨੂੰ ਇਧਰ 5 ਭੌਤਿਕ ਸਰੀਰ ਦੇ ਕੇ ਦੁਬਾਰਾ ਤੋਂ ਫਿਰ ਰਾਜ ਸਲਤਨਤ ਕਾਇਮ ਕਰ ਦਿੰਦਾ ਹੈ। ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆ, ਰਾਮ ਰਾਜੇ ਪੈਜ ਰੱਖ ਦਿੰਦਾ। ਕੁਛ ਤਾਂ ਗੁਰਮੁਖਾਂ ਨੂੰ ਬਚਾਇਆ, ਆਪਦੀ ਕਲਾ ਵਰਤਾਈ, ਪਰ ਕੁਛ ਗੁਰਮੁਖਾਂ ਦੀ ਜਿਨ੍ਹਾਂ ਦਾ ਪਤਾ ਸੀ ਵੀ ਜੇਕਰ ਇਹ ਸ਼ਹੀਦੀ ਦੇ ਦੇਣ ਨਾ, ਤੇ ਫਿਰ ਜਿਹੜਾ ਯੁੱਗ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਨਾਮ ਦੀਆਂ ਜੜ੍ਹਾਂ ਨਹੀਂ ਕੋ ਪੱਟ ਸਕੇਗਾ। ਕਿਉਂਕਿ ਨਾਮ ਕੱਲਾ ਜਾਂ ਪ੍ਰਚਾਰ ਕੱਲਾ ਗੱਡੀਆਂ ਕਾਰਾਂ ਦੇ ਵਿੱਚ ਬਹਿ ਕੇ ਨਹੀਂ ਹੁੰਦਾ। ਤਾਂ ਹੀ ਤਾਂ ਅੱਜ ਕੱਲ ਦੇ ਦੇਖੋ ਕਿੰਨਾ ਕੁ ਫਿਰ ਪ੍ਰਚਾਰ ਹੈ। ਕੀ ਕਰਨੀ ਹੈ ਬਾਬਿਆਂ ਦੀ, ਕੀ ਕਰਨੀ ਹੈ ਆਮ ਇਹ ਲੋਕਾਂ ਦੀ। ਜਿਹੜੇ ਕਰਨੀ ਵਾਲੇ ਸੀ ਉਹਨਾਂ ਦੇ ਸਿਰ ਤੇ ਪ੍ਰਚਾਰ ਹੋਇਆ ਸੀ। ਜੇ ਉਹ ਸ਼ਹੀਦੀਆਂ ਨਾ ਦਿੰਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨਹੀਂ ਸੀ ਆਪਣੇ ਤੱਕ ਪਹੁੰਚਦੀ। ਪਾਵਰ ਸੀ, ਇੱਕ ਪਿੱਛੇ ਪਾਵਰ ਕੰਮ ਕਰਦੀ ਹੈ। ਜਿਵੇਂ ਆਪਾਂ ਕਹਿੰਦੇ ਆ ਨਾ ਵੀ ਆ ਧੇਲਾ ਜੋੜ ਕੇ, ਪੈਸਾ ਜੋੜ ਕੇ ਮੈਂ ਘਰ ਖੜਾ ਕੀਤਾ, ਮੈਂ ਮੇਰਾ ਵਪਾਰ ਖੜਾ ਕੀਤਾ, ਕੋਈ ਤੋੜ ਕੇ ਦਿਖਾ ਦੇ, ਕਿਉਂਕਿ ਆਪ ਦਾ ਬੰਦੇ ਨੇ ਦਿੱਤਾ ਹੁੰਦਾ। ਇਸ ਤਰੀਕੇ ਇਹ ਸ਼ਹੀਦਾਂ ਦਾ ਖੂਨ, ਪਤਾ ਨਹੀਂ ਕਿੰਨੀ ਕੁ ਬੰਦਗੀ ਵਾਲਿਆਂ ਦੀ ਸੋਚ ਇਹਦੇ ਪਿੱਛੇ ਕੰਮ ਕਰਦੀ ਪਈ ਹੈ, ਤੇ ਉਹ ਕਿਤੇ ਖਤਮ ਨਹੀਂ ਹੋਏ। 5 ਭੌਤਿਕ ਸਰੀਰ ਤਾਂ ਸਭ ਨੇ ਛੱਡ ਕੇ ਜਾਣਾ, ਨਾਸ਼ਵਾਨ ਹੁੰਦਾ ਹੈ। ਉਹ ਜਿਹੜੇ ਸ਼ਹੀਦ ਨੇ, ਉਹ ਸਤਿਗੁਰ ਨੇ, ਉਹ ਗੁਰਮੁਖ ਨੇ, ਅੱਜ ਵੀ ਸੱਚ ਵਿੱਚ ਵਿਰਾਜਮਾਨ ਨੇ। ਉਹਨਾਂ ਦੀ ਦ੍ਰਿਸ਼ਟੀ ਨੇ ਕਿਸੇ ਟਾਈਮ ਕੰਮ ਕੀਤਾ ਹੈ। ਇਹ ਨਾ ਸੋਚੋ ਕਿ ਸ਼ਹੀਦੀਆਂ ਦੇ ਗਏ ਤੇ ਬਸ ਵਕਤ ਗੁਜ਼ਰ ਗਿਆ, ਦੇਖਦੇ ਚਲੋ ਹੁੰਦਾ ਕੀ ਹੈ। ਉਹ ਸ਼ਹੀਦੀਆਂ ਦੇ ਫਲ ਲੱਗਣੇ ਨੇ ਹੁਣ, ਤੇ ਜਿਹੜੇ ਫਲ ਲੱਗਣੇ ਸ਼ੁਰੂ ਹੋ ਚੁੱਕੇ ਨੇ। ਇਹ ਜਿਹੜਾ ਗੁਰਮਤਿ ਦਾ ਪ੍ਰਚਾਰ, ਨਾਮ ਸੱਚ ਦਾ, ਇਹ ਉਹਨਾਂ ਸ਼ਹੀਦਾਂ ਦੀ ਬਦੌਲਤ ਹੀ ਹੈ, ਉਹਨਾਂ ਗੁਰੂਆਂ ਦੀ ਬਦੌਲਤ, ਗੁਰਸਿੱਖਾਂ ਦੀ ਬਦੌਲਤ, ਜਿਹੜਾ ਆਪਾਂ ਅੱਜ ਆਨੰਦ ਮਾਣ ਰਹੇ ਹਾਂ। ਤੇ ਹੋਰ ਬਹੁਤ ਫਲ ਲੱਗਣਗੇ। ਠੀਕ ਹੈ, ਕਾਲ ਆਪ ਦੀਆਂ ਹਨੇਰੀਆਂ ਨਾਲ ਬਹੁਤ ਚਲਾਉਂਦਾ ਹੈ, ਪਰ ਜਿਹੜੇ ਗੁਰਮੁਖ ਸਤਿਗੁਰ, ਮੈਂ ਕਹਿੰਦਾ ਸੋਚ ਕੇ ਦੇਖੋ ਵੀ ਸਤਿਗੁਰ ਸ਼ਹੀਦੀ ਦੇ ਗਏ, ਹੱਸ ਕੇ ਕਿਉਂ ਦੇ ਗਏ? ਕਲਾ ਵਰਤਾ ਸਕਦੇ ਸੀ, ਕਹਿੰਦੇ ਮਾਣਕ ਵੀ ਪਹੁੰਚਾ ਸਕਦੇ ਸੀ, ਪੱਤਰੀ ਵੀ ਅਸੀਂ ਭੇਜ ਸਕਦੇ ਸੀ, ਪਰ ਨਹੀਂ, ਕਹਿੰਦੇ ਸੂਖਮ ਚ ਵਿਚਾਰ ਹੋਈ, ਕਹਿੰਦੇ ਆ ਜਾਓ ਸ਼ਹੀਦੀ ਦੇ ਦਿਓ। ਹੁਣ ਕਾਲ ਨੇ ਸ਼ਹੀਦੀ ਲੈ ਲਈ ਆ ਉਹਨਾਂ ਦੇ ਸਰੀਰ ਦੀ। ਮਨ ਤਾਂ ਸ਼ਹੀਦ ਹੁੰਦਾ ਨਹੀਂ, ਉਹ ਸੱਚ ਚ ਗਿਆ, ਤੇ ਕਾਲ ਇਸ ਚੀਜ਼ ਦੀ ਦੇਣੀ ਕਿੱਥੇ ਦੇਊਗਾ? ਮਾਇਆ ਦੇ ਦੇਸ਼ ਦੇ ਵਿੱਚ ਸ਼ਹੀਦੀ ਦੇ ਚੁੱਕੇ ਨੇ ਅਨੇਕਾਂ ਗੁਰਮੁਖ, ਤੇ ਦਰਗਾਹ ਦੇ ਵਿੱਚ ਪਾਈ ਦਾ ਹਿਸਾਬ ਹੈ। ਇੱਕ ਬੰਦੇ ਦਾ ਤਾਂ ਹੁੰਦਾ ਹੀ ਹੈ, ਪਰ ਇਹ ਕੁਦਰਤ ਦਾ ਵੀ ਹਿਸਾਬ ਚੱਲਦਾ ਪਿਆ। ਕੁਦਰਤ ਦੇ ਵਿੱਚ ਅਨੇਕਾਂ ਗੁਰਮੁਖ ਅਮਰ ਸ਼ਹੀਦ, 4 ਸਾਹਿਬਜ਼ਾਦੇ, 10ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ, ਤੇ ਸਾਰੇ ਗੁਰੂ ਸਾਹਿਬਾਨ ਇੰਨੇ ਦੁੱਖ ਝੇਲ ਕੇ ਤੇ ਸ਼ਹੀਦ ਹੋਏ ਨੇ। ਇਹ ਕੁਦਰਤ ਦੇ ਵਿੱਚ ਜਿਹੜੇ ਇੰਨੇ ਗੁਰਮੁਖਾਂ ਦਾ ਖੂਨ ਡੁੱਲਿਆ ਹੈ, ਖੂਨ ਆ ਨਹੀਂ, ਲਾਲ ਰੰਗ ਦਾ ਖੂਨ ਨਹੀਂ, ਬੰਦਗੀ ਦਾ ਖੂਨ ਜਿਹੜਾ ਡੁੱਲਿਆ ਹੈ, ਤੇ ਕਾਲ ਇਹਦੀ ਦੇਣੀ ਕਿੱਥੇ ਦੇਊਗਾ? ਇੰਨੇ ਗੁਰਮੁਖ ਸ਼ਹੀਦ ਹੋ ਗਏ, ਤੇ ਉਸੇ ਸ਼ਹੀਦੀਆਂ ਤੇ ਤਾਂ ਹੁਣ ਪ੍ਰਚਾਰ ਚੱਲਣਾ ਹੈ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਕਿਹਾ ਨਾ ਵੀ ਕਲਯੁਗ ਦੇ ਵਿੱਚ ਸਤਯੁਗ ਦੀ ਲਹਿਰ ਆਏਗੀ। ਉਹ ਕਿਵੇਂ ਲਹਿਰ ਆਏਗੀ? ਬੇਸ਼ੱਕ ਉਦੋਂ ਗੁਰਮੁਖਾਂ ਨੇ ਲਹਿਰ ਚਲਾਈ ਤੇ ਸ਼ਹੀਦੀਆਂ ਦੇ ਗਏ, ਪਰ ਉਹ ਦੇਣੀ ਕਿੱਥੇ ਦਊਗਾ? ਉਹ ਦੇਣੀ ਇਹਦੇ ਤੋਂ ਪੂਰੀ ਨਹੀਂ ਹੋਣੀ। ਉਸੇ ਦੇ ਆਧਾਰ ਤੇ ਤਾਂ ਧਰਮ ਚੱਲਣਾ ਹੈ। ਉਸੇ ਦੇ ਆਧਾਰ ਤੇ ਤਾਂ ਕਹਿੰਦੇ ਵੀ ਇੱਕ ਨਹੀਂ, ਅਨੇਕ ਕਲਕੀ ਅਵਤਾਰ ਪੈਦਾ ਹੋਣਗੇ। ਕਲਕੀ ਅਵਤਾਰ ਹੁੰਦੇ ਨੇ ਜਿਹੜੇ ਕਲਯੁਗ ਨੂੰ ਕੱਟ ਦਿੰਦੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਕੋਈ ਬੇਵਸ ਹੋ ਕੇ ਨਹੀਂ ਅਸੀਂ ਸ਼ਹੀਦੀ ਦਿੱਤੀ, ਕੋਈ ਬੇਵਸ ਨਹੀਂ ਸੀ ਦਸ਼ਮੇਸ਼ ਪਿਤਾ ਵੀ ਜਿਹੜੇ ਮਰਿਆਂ ਨੂੰ ਜਿੰਦਾ ਕਰ ਸਕਦੇ ਸੀ। 5 ਧੜਾਂ ਤੋਂ ਸੀਸ ਲਾ ਕੇ ਦੁਬਾਰਾ ਜੋੜ ਦਿੱਤੇ, ਤੇ ਉਹ ਔਰੰਗਜ਼ੇਬ ਦਾ ਟੱਕਰਾ ਨਹੀਂ ਸੀ ਲੈ ਸਕਦੇ। ਬਾਬਾ ਨਾਨਕ ਜੀ ਜਿਹੜੇ ਰਾਖਸ਼ਾਂ ਨੂੰ ਸੰਤ ਬਣਾ ਸਕਦੇ ਸੀ, ਤੇ ਕੀ ਉਹ ਸਾਨੂੰ ਜੁਗੋ ਜੁਗ ਅਟਲ ਰਾਜ ਨਹੀਂ ਸੀ ਦੇ ਸਕਦੇ? ਪਰ ਉਹਨਾਂ ਨੇ ਦੁਨਿਆਵੀ ਰਾਜ ਨਹੀਂ ਸਾਨੂੰ ਦਿੱਤਾ, ਮਨ ਦਾ ਰਾਜ ਦਿੱਤਾ। ਜਿਹੜੇ 10ਮ ਪਾਤਸ਼ਾਹ ਦੇ ਕੋਲ ਇੰਨੀ ਪਾਵਰ ਸੀ, ਇੱਕ ਨੂੰ 1.25 ਲੱਖ ਨਾਲ ਲੜਾ ਸਕਦੇ ਸੀ, 40 ਨੂੰ 10 ਲੱਖ ਨਾਲ ਲੜਾ ਸਕਦੇ ਸੀ, ਤੇ ਕੀ ਉਹ ਆਪ ਦੀ ਬੰਦਗੀ ਦੇ ਵਿੱਚੋਂ ਦੁਨਿਆਵੀ ਸਾਨੂੰ ਰਾਜ ਦੇ ਕੇ ਨਹੀਂ ਸੀ ਜਾ ਸਕਦੇ? ਪਰ ਉਹਨਾਂ ਨੇ ਦੁਨਿਆਵੀ ਰਾਜ ਦੀ ਨਹੀਂ ਗੱਲ ਕੀਤੀ। ਉਹਨਾਂ ਨੇ ਆਖਿਆ
ਜਿਹੜੇ ਜਿਹੜੇ ਮਨ ਆਜ਼ਾਦ ਹੋਣਗੇ ਆਪ ਦਾ ਰਾਜ ਆਪੇ ਲੈ ਲੈਣਗੇ। ਕਿਹੜਾ? ਮਨ ਦਾ ਰਾਜ, ਸੁਖਮ ਰਾਜ। ਜਦੋਂ ਖਾਲਸਾ ਅੰਦਰੋਂ ਮੁਕਤ, ਬਾਹਰੋਂ ਮੁਕਤ, ਤੇ ਬਾਹਰ ਜੋ ਮਰਜ਼ੀ ਸਰਕਾਰ ਹੋਵੇ, ਜੋ ਮਰਜ਼ੀ ਦੇਸ਼ ਹੋਵੇ, ਖਾਲਸਾ ਤਾਂ ਆਜ਼ਾਦ ਹੈ। ਤਿਆਰ ਬਰ ਤਿਆਰ, ਆਜ਼ਾਦ ਹੀ ਆਜ਼ਾਦ। ਖਾਲਸਾ ਜੀ ਦੀ ਮੌਜ ਬਹੁਤ ਤਕੜੀ ਆ। ਖਾਲਸੇ ਬਣੀਏ ਤਾਂ ਸਹੀ ਨਾ, ਖਾਲਸਿਆਂ ਦੀ ਤਾਂ ਮੌਜ ਬਹੁਤ ਤਕੜੀ ਆ। ਸੋ ਇਸ ਕਰਕੇ ਜਿਹੜੇ ਇਹ ਸ਼ਹੀਦ ਸੀ, ਇਹ ਫਿਰ ਅਕਾਲ ਪੁਰਖ ਨੇ ਰਜਾ, ਕਿਉਂਕਿ ਕਲਯੁਗ ਦਾ ਭਿਅੰਕਰ ਸਮਾਂ ਸੀ। ਜੇ ਸ਼ਹੀਦੀਆਂ ਨਾ ਦਿੱਤੀਆਂ ਜਾਂਦੀਆਂ ਤੇ ਕਲਯੁਗ ਨੇ ਆਉਣ ਵਾਲੇ ਸਮੇਂ 'ਚ ਹੁਣ ਆਪਣੇ ਪੈਰ ਨਹੀਂ ਸੀ ਲੱਗਣ ਦੇਣੇ। ਹੁਣ ਦੇਣੀ ਦਿੱਤੀ ਆ ਉਹਨਾਂ ਨੇ, ਕਰਨੀ ਕੀਤੀ ਹੈ। ਇਸ ਕਰਨੀ ਨੂੰ ਕਲਯੁਗ ਤੋੜ ਨਹੀਂ ਸਕਦਾ। ਕਿਉਂ? ਜਿਹੜੀ ਸ਼ਹੀਦੀ ਦਿੱਤੀ ਉਹਦਾ ਮੁੱਲ ਕੌਣ ਦੇਗਾ? ਦਿੱਤੀ ਤਾਂ ਉਹ ਅਗਿਆਨਤਾ ਵਾਸਤੇ ਨੇ ਲਈ ਆ ਨਾ। ਕਾਲ ਦੇ ਬੰਦਿਆਂ ਨੇ, ਮਨਮੁੱਖਾਂ ਨੇ ਮਾਇਆ ਦੇ ਦੇਸ਼ ਦੇ ਵਿੱਚ ਲਈ ਤਾਂ ਉਹਨਾਂ ਨੇ ਧੱਕਾ ਕਰਕੇ ਹੀ ਆ ਨਾ। ਪਰ ਸਚਾਈ ਤਾਂ ਸਚਾਈ ਸੀ। ਇੱਕ ਤਾਂ ਇੱਕ ਬੰਦੇ ਦਾ ਫੈਸਲਾ ਨਿਕਲਦਾ ਹੈ, ਇਹ ਪੁਆਇੰਟ ਨੋਟ ਕਰੋ। ਇੱਕ ਤਾਂ ਇੱਕ ਬੰਦੇ ਦਾ, ਇੱਕ ਹੁਣ ਸਾਰੀ ਕੁਦਰਤ ਦਾ ਵੀ ਤਾਂ ਕਾਨੂੰਨ ਚੱਲਦਾ ਪਿਆ ਨਾ। ਕੁਦਰਤ ਵਿੱਚ ਜਿਹੜਾ ਪਾਪ ਪੁੰਨ ਹੈ ਉਹ ਵੀ ਬਰਾਬਰ ਤੋਲਣਾ ਹੈ। ਹੁਣ ਇਹ ਕੁਦਰਤ ਦੇ ਵਿੱਚ ਇਹ ਇੰਨਾ ਵੱਡਾ ਸਾਕਾ ਹੋ ਗਿਆ। ਕੀਨੋ ਕੱਲੋ ਮੈਂ ਵੱਡਾ ਸਾਕਾ ਆਂਦਾ ਨਾ ਮਹਾਰਾਜ ਦੀ ਬਾਣੀ ਦੇ ਵਿੱਚ। ਮਹਾਰਾਜ ਕਹਿੰਦੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੱਲੂ ਮੈਂ ਸਾਕਾ। ਤਿਲਕ ਤੇ ਜੰਜੂਆਂ ਦੀ ਰਾਖੀ ਕੀਤੀ, ਪੰਥ ਦੀ ਰਾਖੀ ਕੀਤੀ, ਤੇ ਬੜਾ ਵੱਡਾ ਸਾਕਾ ਕੀਤਾ ਕਲਯੁਗ ਦੇ ਵਿੱਚ। ਕੀਨੋ ਵੱਡੋ ਕੱਲੂ ਮੈਂ ਸਾਕਾ। ਕਿਉਂ ਕੀਤਾ? ਕਹਿੰਦੇ ਸਾਧਨ ਹੇਤ ਇਤੀ ਜਿਨ ਕਰੀ। ਪੰਜਵੇਂ ਪਾਤਸ਼ਾਹ ਤਾਂ ਦੱਸੀ ਗਿਆ ਨਾ, ਨੌਵੇਂ ਪਾਤਸ਼ਾਹ ਵੀ ਸ਼ਹੀਦੀ ਦੱਸਦੇ ਪਿਆ ਵੀ ਕਿਉਂ ਦਿੱਤੀ। ਸਾਧਨ ਹੇਤ ਇਤੀ ਜਿਨ ਕਰੀ। ਇੰਨੀ ਗੱਲ ਕਹਿੰਦੇ ਸਾਧੂਆਂ ਪਿੱਛੇ ਕੀਤੀ ਹੈ। ਸੀਸ ਦਿਆ ਪਰ ਸੀ ਨਾ ਉਚਰੀ। ਸਾਧੂਆਂ ਪਿੱਛੇ ਕੀ ਕਹਿੰਦੇ ਆ? ਤੇ ਇਹ ਫਿਰ ਪੰਜਵੇਂ ਪਾਤਸ਼ਾਹ ਕਹਿੰਦੇ ਅਸੀਂ ਵੀ ਐ ਦਿੱਤਾ, ਤੇ ਨੌਵੇਂ ਪਾਤਸ਼ਾਹ ਦੇ ਵੀ ਦੱਸਦੇ ਪਏ ਨੇ ਵੀ ਇਹ ਕੰਮ ਕਿਉਂ ਕੀਤਾ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਸੀਸ ਦੇ ਦਿੱਤਾ, ਸੀ ਨਹੀਂ ਉਚਰਿਆ। ਕਿਉਂ? ਧਰਮ ਹੇਤ ਸਾਕਾ ਜਿਨ ਕੀਆ। ਧਰਮ ਦੇ ਪਿੱਛੇ ਸਾਕਾ ਕੀਤਾ ਸੀ। ਹੁਣ ਉਹ ਇੰਨੀ ਦੇ ਗਏ ਆ ਦੇਣੀ। ਜਿਵੇਂ ਆਪਾਂ ਕਹਿ ਦਿੰਦੇ ਆ ਨਾ, ਕੋਈ ਇੱਕ ਭਰਾ ਹੁੰਦਾ ਹੈ, ਉਹ ਦੂਜਾ ਭਰਾ ਕਮਜ਼ੋਰ ਹੁੰਦਾ ਹੈ, ਉਹ ਆਪਦੇ ਜ਼ੋਰ ਦੇ ਸਿਰ ਤੇ ਉਹਦੀ ਜ਼ਮੀਨ ਵੀ ਖੋ ਲੈਂਦਾ ਹੈ, ਉਹਦੇ ਪੈਸੇ ਵੀ ਖੋ ਲੈਂਦਾ ਹੈ। ਕਈ ਵਾਰੀ ਛੋਟਾ ਭਰਾ ਜਾਂ ਵੱਡਾ ਭਰਾ, ਜਾਂ ਆਪਾਂ ਇਹ ਨਹੀਂ ਕਹਿ ਸਕਦੇ, ਉਹ ਕਮਜ਼ੋਰ ਹੁੰਦਾ ਹੈ, ਸ਼ਰੀਫ ਹੁੰਦਾ ਹੈ। ਤੇ ਪਿੰਡ ਵਾਲੇ ਵੀ ਕਹਿੰਦੇ ਆ ਵੀ, ਜਾਂ ਨਗਰ ਵਾਲੇ ਵੀ ਕਹਿੰਦੇ ਨੇ ਵੀ ਯਾਰ ਮਾੜਾ ਕੀਤਾ ਇਹਨੇ ਨਾ, ਛਲ ਕਰਕੇ ਉਹਦੀ ਪ੍ਰਾਪਰਟੀ ਇੱਥੇ ਆਈ ਹੈ। ਉਹ ਬੰਦਾ ਵਿਚਾਰਾ ਜਿਹਦੇ ਕੋਲ ਨਹੀਂ, ਜਾਂ ਜਿਵੇਂ ਕੋਈ ਪਿੰਡ ਦੇ ਵਿੱਚ ਗਰੀਬ ਬੰਦਾ ਹੈ, ਜਿਹਨੂੰ ਕਿਸੇ, ਮੈਂ ਇੱਕ ਹੋਰ ਐਗਜ਼ਾਮਪਲ ਦੇਣਾ, ਕਿਸੇ ਟਾਈਮ 'ਚ ਸਾਡੇ ਬਜ਼ੁਰਗਾਂ ਨੇ ਉਹਨੂੰ ਮੰਨ ਲਓ ਵੀ ਪ੍ਰਾਪਰਟੀ ਦਾਨ ਦੇ ਦਿੱਤੀ ਸੀ। ਉਹ ਗਰੀਬ ਬੰਦਾ ਬੈਠਾ ਹੈ, ਕੱਲ ਨੂੰ ਉਹਦੇ ਪੁੱਤ ਪੋਤਰੇ ਉੱਠਦੇ ਨੇ, ਉਹ ਵੇਖਦੇ ਨੇ ਵੀ ਸਾਡੇ ਬਜ਼ੁਰਗ ਇੰਨੀ ਮਹਿੰਗੀ ਥਾਂ ਐਵੇਂ ਦਾਨ ਦੇ ਗਏ ਨੇ, ਠੀਕ ਹੈ। ਉਹ ਜਾ ਕੇ ਛਲ ਦੇ ਜ਼ੋਰ ਦੇ ਉੱਤੇ ਉਹ ਗਰੀਬਾਂ ਦੇ ਘਰ ਖਾਲੀ ਕਰਵਾ ਦਿੰਦੇ ਨੇ। ਨਹੀਂ ਕੁਝ ਕਰ ਸਕਦੇ ਹੋ, ਠੀਕ। ਤੇ ਪਰ ਪਿੰਡ ਵਾਲੇ ਕਹਿੰਦੇ ਵੀ ਦੇਣੀ ਤਾਂ ਦੇਣੀ ਪੈ ਗਈ, ਇਹ ਤਾਂ ਮਾੜਾ ਕੀਤਾ ਬਈ ਤੂੰ, ਠੀਕ ਨਹੀਂ। ਤੇ ਇਸ ਤਰੀਕੇ ਕਲਯੁਗ ਨੇ ਸਹਿਜ ਦੇ ਵਿੱਚ ਵਿਚਰਦੇ ਹੋਏ ਗੁਰਮੁਖਾਂ ਦੇ ਉੱਤੇ, ਸਹਿਜ ਦੇ ਵਿੱਚ ਵਿਚਰਦੇ ਹੋਏ ਗੁਰਸਿੱਖਾਂ ਦੇ ਬੇਸ਼ੱਕ ਸਰੀਰ ਉਦੋਂ ਲੈ ਲੈ, ਪਰ ਮਹਾਰਾਜ ਕੀ ਕਹਿੰਦੇ? ਦੇਣੀ ਦੇਣੀ ਪੈ ਗਈ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰਰ ਨਾ ਦਿਆ। ਸਿਰਰ ਕੀ? ਮਨ ਤਾਂ ਸੱਚ ਵਿੱਚ ਚਲਾ ਗਿਆ। ਸੀਸ ਤਾਂ ਦੇਤਾ, ਪਰ ਮਨ ਨਹੀਂ ਉਹਨਾਂ ਦੇ ਪਿੱਛੇ ਲੱਗਣ ਦਿੱਤਾ। ਤੇ ਫਿਰ ਇਸ ਕਰਕੇ ਕਹਿੰਦੇ ਅਖੀਰ 'ਚ ਇੱਕ ਪੁਆਇੰਟ ਦਿੱਤਾ, ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹੇ ਆਵਤ ਲਾਜਾ। ਕਹਿੰਦਾ ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ਹੀਦੀਆਂ ਨਹੀਂ, ਇਹ ਤਾਂ ਇੱਕ ਨਾਟਕ, ਇੱਕ ਖੇਲ ਕਰਕੇ ਦਿਖਾਇਆ ਅਕਾਲ ਪੁਰਖ ਨੇ। ਕਹਿੰਦੇ ਅੱਗੇ ਅੱਗੇ ਦੇਖੋ ਹੋਤਾ ਹੈ ਕਿਆ। ਬਾਣੀ ਵਿਚਾਰੋ ਗੁਰਮਖੋ, ਕਹਿੰਦੇ ਨਾਟਕ ਚੇਟਕ ਕੀਏ ਕੁਕਾਜਾ। ਇਹ ਤਾਂ ਇੱਕ ਖੇਲ ਕਰਕੇ ਦਿਖਾਇਆ ਅਕਾਲ ਪੁਰਖ ਨੇ ਵੀ ਮੇਰੇ ਬੱਚੇ ਇਸ ਤਰੀਕੇ ਵੀ ਸ਼ਹੀਦੀਆਂ ਦੇ ਦਿੰਦੇ ਹੁੰਦੇ ਆ, ਇਸ ਤਰੀਕੇ ਵੀ ਸਰੀਰ ਛੱਡ ਦਿੰਦੇ ਹੁੰਦੇ ਆ। ਕਿਉਂਕਿ ਮਨ ਬੱਚਾ, ਮਨ ਤਾਂ ਅਕਾਲ ਪੁਰਖ ਨੇ ਵਾਪਸ ਬੁਲਾ ਲਿਆ, ਤੇ ਸਰੀਰ ਤਾਂ ਕਾਲ ਦਾ ਹੈ। ਕਹਿੰਦੇ ਰੱਖ ਲੈ ਭਾਈ। ਉਹ ਕਹਿੰਦਾ ਮੈਂ ਸਾੜ ਦੂੰ, ਮੈਂ ਵੱਢ ਦੂੰ, ਮੈਂ ਕੱਟ ਦੂੰ। ਕਹਿੰਦੇ ਕੋਈ ਗੱਲ ਨਹੀਂ, ਸਰੀਰ ਤਾਂ ਕਮਜ਼ੋਰ ਆ ਨਾ, ਕਰ ਲੈ। ਤੇ ਬੱਚਾ ਵਾਪਸ ਬੁਲਾ ਲਿਆ। ਫਿਰ ਹੁਣ ਜਿਵੇਂ ਮੈਂ ਕਹਿੰਦਾ ਵੀ ਕੀਤੀ ਤਾਂ ਮਾੜੀ ਸੀ, ਆਪਾਂ ਕਹਿ ਦਿੰਦੇ ਆ ਵੀ ਕੀਤੀ ਮਾੜੀ ਆ ਭਾਈ, ਗਰੀਬਾਂ ਦੀ ਜ਼ਮੀਨ ਖੋਹ ਲਈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਫਿਰ ਦੇਖੋ, ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹੇ ਆਵਤ ਲਾਜਾ। ਇਸ ਤਰੀਕੇ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਵੀ ਉਹਨਾਂ ਦੱਸੀ ਹੋਈ ਆ ਬਾਣੀ ਵਿੱਚ। ਵਿਚਾਰਦੇ ਨਹੀਂ ਨਾ, ਉਹ ਪ੍ਰਚਾਰ ਕਿਸ ਤਰ੍ਹਾਂ ਕਹਿੰਦਾ ਹੈ ਜੀ, ਉਹ ਪ੍ਰਚਾਰ ਕਿਸ ਤਰ੍ਹਾਂ, ਆਪ ਅਸੀਂ ਵਿਚਾਰਦੇ ਨਹੀਂ। ਸਾਰਾ ਖਜ਼ਾਨਾ ਲਿਖ ਕੇ ਦਿੱਤਾ ਪਿਆ। ਪੰਜਵੇਂ ਪਾਤਸ਼ਾਹ ਵੀ ਦੱਸਿਆ, ਨੌਵੇਂ ਦੀ ਵੀ ਦੱਸੀ, ਇਸ ਤਰੀਕੇ 10ਵੇਂ ਦੀ ਵੀ। ਜ਼ਿਆਦਾ ਫਿਰ ਅੱਗੇ ਵੱਡਾ ਹੋ ਜਾਏਗਾ।
मैं इस करके उन्नी की सीमित ही गल करदा। सो इस तरीके फिर महाराज सच्चे पातशाह ने ਜਿਹੜੀਆਂ ਇਹ ਸ਼ਹੀਦੀਆਂ ਦਿੱਤੀਆਂ ਨੇ, ਰੱਖਣ ਵੀ ਆਇਆ ਭਗਤ ਜਨਾ ਕੀ ਹਰ ਜਿਉ ਰੱਖੈ, ਜੁਗ ਜੁਗ ਰੱਖਦਾ ਆਇਆ ਰਾਮ। ਰੱਖਣ ਵੀ ਆਇਆ ਪਰ ਸ਼ਹੀਦੀਆਂ ਕੀਤੀਆਂ ਵੀ ਨੇ। ਕਿਉਂ? ਕਿਉਂਕਿ ਧਰਮ ਵੀ ਤਾਂ ਖੜਾ ਕਰਨਾ ਹੈ ਨਾ। ਉਹਨੂੰ ਉਸ ਤਰੀਕੇ ਨਾਲ ਨਾ ਲਾਓ ਵੀ ਉਦੋਂ ਕਰ ਦਿੱਤੇ, ਅੱਜ ਪਤਾ ਨਹੀਂ ਉਸ ਸ਼ਹੀਦੀਆਂ ਦਾ ਮੁੱਲ ਕਾਲ ਨੂੰ ਕਿੱਥੇ ਦੇਣਾ ਪਏਗਾ। ਕਿਉਂਕਿ ਇੱਥੇ ਧਰਮ ਤੇ ਪੁੰਨ ਦੋਨੋਂ ਚੱਲਦੇ ਪਏ ਨੇ, ਧਰਮ ਤੇ ਪਾਪ ਦੋਨੋਂ ਚੱਲਦੇ ਆ। ਜੋ ਧਰਮ ਹੋ ਗਿਆ ਇੱਥੇ ਉਹਦਾ ਮੁੱਲ ਦੇਣਾ ਪਏਗਾ, ਕਾਲ ਨੂੰ ਪਿੱਛੇ ਹਟਣਾ ਪਏਗਾ। ਕਿਉਂ? ਸ਼ਹੀਦੀਆਂ ਦਾ ਬਲ ਖੜਾ ਹੈ, ਸਿਮਰਨ ਦਾ ਪ੍ਰਤਾਪ ਖੜਾ ਹੈ। ਹੁਣ ਜਿਹੜੇ ਅਨੇਕਾਂ ਗੁਰਮੁਖ ਖੜੇ ਹੋ ਕੇ ਵਾਹਿਗੁਰੂ ਦਾ ਨਾਮ ਦਾ ਸੱਚ ਦਾ ਪ੍ਰਚਾਰ ਕਰਨਗੇ, ਉਸੇ ਲਹੂ ਦੇ ਪਿੱਛੇ ਇਹ ਜਦਾਤ ਮਿਲਣੀ ਹੈ। ਫਿਰ ਮਹਾਰਾਜ ਕਹਿੰਦੇ ਸੋ ਭਗਤ ਜੋ, ਆਪਾਂ ਹੁਕਮਨਾਮੇ ਤੇ ਆਈਏ, ਸੋ ਭਗਤ ਜੋ ਗੁਰਮੁਖ ਹੋਵੇ ਹਉਮੈ ਸ਼ਬਦ ਜਲਾਇਆ ਰਾਮ। ਭਗਤ ਉਹ ਹੈ, ਗੁਰਮੁਖ ਉਹ ਆ ਜਿਨੇ ਆਪ ਦੀ ਹਉਮੈ ਨੂੰ ਸ਼ਬਦ ਦੁਆਰਾ ਜਾਲ ਦਿੱਤਾ ਹੈ। ਕੀ ਕਹਿੰਦੇ ਆ? ਕਿਵੇਂ ਜਾਲ ਦਿੱਤਾ ਹੈ? ਉਹ ਬ੍ਰਹਮ ਦੀ ਅਗਨ ਦੇ ਨਾਲ। ਕਹਿੰਦੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪ੍ਰਜਾਲੀਏ ਕਹਿ ਚੋਟ ਸਦਾਇਆ। ਸ਼ਬਦ ਦੀ ਅਗਨ ਦੇ ਨਾਲ ਹਉਮੈ ਨੂੰ ਸਾੜ ਕੇ ਅੰਮ੍ਰਿਤ ਰਸ ਦੀ ਪ੍ਰਾਪਤੀ ਕੀਤੀ ਆ। ਹਉਮੈ ਸ਼ਬਦ ਜਲਾਇਆ ਮੇਰੇ ਹਰ ਪਾਇਆ। ਫਿਰ ਜਿਨ੍ਹਾਂ ਨੇ ਹਉਮੈ ਨੂੰ ਸ਼ਬਦ ਦੇ ਨਾਲ ਜਾਲ ਦਿੱਤਾ ਹੈ ਉਹ ਹਰੀ ਨੂੰ ਭਾ ਗਏ। ਜਿਸ ਦੀ ਸਾਚੀ ਬਾਣੀ, ਉਹਦੀ ਸੱਚੀ ਬਾਣੀ ਕਿਹੜੀ ਹੈ? ਅਨਹਦ ਬਾਣੀ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਅਨਹਤ ਦੀ ਸੱਚੀ ਬਾਣੀ ਫਿਰ ਉਹਨਾਂ ਦੇ ਅੰਦਰ ਪ੍ਰਗਟ ਹੁੰਦੀ ਆ ਜਿਨ੍ਹਾਂ ਨੇ ਹਉਮੈ ਨੂੰ ਸਾੜ ਦਿੱਤਾ ਸ਼ਬਦ ਨਾਲ। ਸੱਚੀ ਭਗਤ ਕਰੈ ਦਿਨ ਰਾਤੀ ਗੁਰਮੁਖ ਆਖ ਵਖਾਣੀ। ਫਿਰ ਐਸੇ ਗੁਰਮੁਖ ਭਗਤ ਜਿਹੜੇ ਸ਼ਬਦ ਦੇ ਵਿੱਚ ਸਮਾ ਕੇ ਫਿਰ ਦਿਨ ਰਾਤ ਉਹ ਸੱਚੀ ਭਗਤ ਕਰਦੇ ਆ। ਦਿਨ ਰਾਤ ਕਿਵੇਂ? ਉਹ ਬੋਲ ਕੇ ਨਹੀਂ, ਜਪ ਕੇ ਨਹੀਂ, ਪੜ੍ਹ ਕੇ ਨਹੀਂ, ਅੰਤਰਗਤ ਉਹਨਾਂ ਦੇ ਸੋਮਾ ਚੱਲ ਪੈਂਦਾ ਅਨਹਦ ਧੁਨਾਂ ਦਾ। ਦਿਨ ਰਾਤ ਉਹਨਾਂ ਦੇ ਮਨ ਨੂੰ ਸਰਵਣ ਹੁੰਦਾ ਹੈ। ਜਿਸ ਮਨ ਨੇ ਇਸ ਸਰੀਰ ਨੂੰ ਛੱਡ ਕੇ ਜਾਣਾ ਹੈ, ਜਿਸ ਮਨ ਨੇ ਇਸ ਸਰੀਰ ਵਿੱਚ ਰਹਿੰਦਿਆਂ ਕਾਰਜ ਕਰਨੇ ਆ ਤੇ ਦਰਗਾਹ 'ਚ ਪ੍ਰਵਾਨ ਹੋਣਾ, ਉਹ ਮਨ ਭਗਤੀ ਕਰਦਾ ਹੈ। ਭਗਤਾਂ ਕੀ ਚਾਲ ਸੱਚੀ ਅਤ ਨਿਰਮਲ, ਨਾਮ ਸੱਚਾ ਮਨ ਪਾਇਆ। ਭਗਤਾਂ ਨੂੰ ਨਾਮ ਸੱਚਾ ਮਨ ਨੂੰ ਭਾ ਗਿਆ ਹੈ। ਉਹਨਾਂ ਦੀ ਚਾਲ ਅਤ ਨਿਰਮਲ ਹੋ ਚੁੱਕੀ ਹੈ। ਕਿਹੜੀ? ਮਨ ਦੀ ਚਾਲ। ਮਨ ਦੀ ਚਾਲ ਕਿਹੜੀ ਹੁੰਦੀ ਹੈ? ਵੇਖਣ ਦਾ, ਸੁਣਨ ਦਾ ਤੇ ਬੋਲਣ ਦਾ ਢੰਗ। ਜਿਹਨੂੰ ਮਾਰੇ ਕਹਿੰਦੇ ਪੇਖਨ ਸੁਨਨ ਸੁਨਾਮਨੋ ਮਨ ਮੈਂ ਦ੍ਰਿੜੀਐ ਸਾਚ, ਪੂਰ ਰਹਿਓ ਸਰਬੱਤਰ ਮੈਂ ਨਾਨਕ ਰੰਗ ਰਾਜ। ਵੇਖਦੇ ਸੱਚ ਆ, ਸੁਣਦੇ ਸੱਚ ਆ, ਬੋਲਦੇ ਵੀ ਸੱਚ ਦੇ ਸਨਮੁਖ ਰਹਿ ਕੇ ਆ। ਉਹ ਚਾਲ ਸੱਚੀ ਹੋ ਚੁੱਕੀ ਆ। ਨਾਮ ਸੱਚਾ ਮਨ ਪਾਇਆ, ਨਾਨਕ ਭਗਤ ਸੋ ਹੈ ਦਰ ਸਾਚੇ, ਜਿਨੀ ਸੱਚੋ ਸੱਚ ਕਮਾਏ। ਐਸੇ ਭਗਤ ਸੱਚੇ ਦਰ ਦੇ ਉੱਤੇ ਸੁਹਾਉਂਦੇ ਨੇ, ਕਿਉਂਕਿ ਉਹਨਾਂ ਨੇ ਸੱਚ ਦੇ ਵਿੱਚ ਰਹਿ ਕੇ, ਸੱਚ ਦੇ ਖੇਲ ਵਿੱਚ ਰਹਿ ਕੇ ਤੇ ਸੱਚ ਨੂੰ ਹੀ ਕਮਾਇਆ ਹੈ। ਸੱਚੋ ਸੱਚ ਕਮਾਇਆ, ਸੱਚ ਦੇ ਸਨਮੁਖ ਰਹਿ ਕੇ ਤੇ ਸੱਚ ਨੂੰ ਕਮਾਇਆ, ਚਾਹੇ ਮਾਇਆ ਸੀ ਤੇ ਚਾਹੇ ਦਰਗਾਹ ਸੀ। ਸੋ ਇਸ